जीतू दाता दुनिया दा जागत भिखारी दाता दुनिया दा जगत भिखारी दाता दुनिया दा जी जगत भिखारी है। तू दाता दुनिया दा जगत भिखारी है। दाता दुनिया दा जगत भिखारी है। तू दाता दुनिया दा जगत भिखारी है। तू दाता दुनिया दा जी जगत भिखारी है। तू दाता दुनिया दा जगत भिखारी है। दाता दुनिया दा जी जगत भिखारी है। तू दाता दुनिया दा जगत भिखारी है। जगत भिखारी है। तू दाता दुनिया दा जगत भिखारी है। तुझे गए अरदास म्यारी यो पिंड सब तेरा नानक सब तेरी वड्याई कोई नाम न जाने मेरा। हाँ जी सिखो शब्द प्यारो जन्म मरण की देख क्यों चल सदा सुखी नानक सिमरत को। परम सत्कारयोग गुरां की सच्ची निबाजी सत्संग जी। ਅੰਮ੍ਰਿਤ ਵੇਲੇ ਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਅੰਦਰ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਸਫਲੀਆਂ ਬਣਾਉਣ ਵਾਸਤੇ, ਵਿਸ਼ਵਾਸਾਂ ਨੂੰ ਸਫਲੇ ਬਣਾਉਣ ਵਾਸਤੇ ਆਪਣਾ ਦੁਨਿਆਵੀ ਸੁੱਖ ਛੱਡ ਕੇ ਅਵਿਨਾਸੀ ਸੁੱਖ ਲੈਣ ਵਾਸਤੇ जो सुख प्रभु गोविंद की सेवा सो सुख राज न लही है। ਜਿਹੜਾ ਸੁਖ ਦਾਤੇ ਦੇ ਪਵਿੱਤਰ ਚਰਨਾਂ ਵਿੱਚ ਹੈ, ਉਹਦੇ ਅੰਮ੍ਰਿਤਮਈ ਬਚਨਾਂ ਵਿੱਚ ਹੈ, ਉਹ ਕਿਤੇ ਹੋਰ ਨਹੀਂ। ਦੁਨਿਆਵੀ ਸੁੱਖ ਨਹੀਂ ਕਿਤੋਂ ਮਿਲ ਸਕਦਾ। ਵਾਹਿਗੁਰੂ ਜੀ ਦੁਨਿਆਵੀ ਸੁੱਖ ਮਿਲ ਜੂ, ਪਰ ਅਵਿਨਾਸੀ ਸੁਖ ਦਾਤੇ ਦੇ ਚਰਨਾਂ ਦਾ ਸੁੱਖ ਕਿਤੇ ਹੋਰ ਨਹੀਂ ਪ੍ਰਾਪਤ ਹੋ ਸਕਦਾ। ਜਿਹਨੂੰ ਆਨੰਦ ਆ ਗਿਆ ਹੈ, ਜਿਵੇਂ ਆਨੰਦ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਣ ਕਰਦੇ ਹਨ, ਆਨੰਦ ਭਇਆ ਮੇਰੀ ਮਾਏ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਲੋਕ ਕੋਈ ਖਾ ਪੀ ਕੇ, ਕੋਈ ਕੱਪੜੇ ਪਹਿਨ ਕੇ, ਕੋਈ ਦੁਨਿਆਵੀ ਮਕਾਨਾਂ ਵਿੱਚ ਰਹਿ ਕੇ, ਕੋਈ ਜਹਾਜ਼ ਉੱਤੇ ਬੈਠ ਕੇ, ਕੋਈ ਕਿਤੇ ਸੁੱਖ ਭਾਲਦਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉੱਥੋਂ ਸੁੱਖ ਜਿਹੜਾ ਉਹ ਥੋੜ੍ਹੇ ਸਮੇਂ ਵਾਸਤੇ ਪ੍ਰਾਪਤ ਹੋ ਸਕਦਾ ਹੈ, ਪਰ ਇੱਕ ਵਿਨਾਸ਼ੀ ਹੁੰਦਾ ਹੈ, ਇੱਕ ਸਦੀਵੀ ਸੁੱਖ ਹੁੰਦਾ, ਸਦੀਵੀ ਸਦਾ ਵਾਸਤੇ। ਉਹ ਕਿਸੇ ਰੱਬ ਦੇ ਫਕੀਰ ਨੂੰ ਪ੍ਰਾਪਤ ਹੁੰਦਾ ਕਦੋਂ? ਜਦੋਂ ਗੁਰੂ ਦੇ ਨਾਲ ਮਿਲ ਜਾਵੇ। ਮਨ ਗੁਰ ਮਿਲ ਕਾਜ ਸਵਾਰ। ਗੁਰੂ ਦੇ ਨਾਲ ਮਿਲ ਕੇ ਜਿਹੜਾ ਕਾਰਜ ਸਵਾਰਦਾ ਹੈ। ਅੱਜ ਦੇ ਲੋਕ ਜਿਤਨੇ ਵੀ ਆ, ਉਹ ਕਿਸੇ ਮਨੁੱਖ ਦਾ ਸਹਾਰਾ ਤੱਕਦੇ ਆ, ਵੀ ਆਹ ਮਨੁੱਖ ਦਾ ਸਹਾਰਾ ਤੱਕ ਲਓ, ਇੱਥੋਂ ਸਾਨੂੰ ਦੁਨਿਆਵੀ ਵਸਤੂ ਜ਼ਰੂਰ ਮਿਲ ਜੂਗੀ। ਦੁਨਿਆਵੀ ਵਸਤੂ ਦੇਖ ਕੇ ਫਿਰ ਉਹ ਉੱਤੇ ਆਪਣਾ ਭਾਰ ਵੀ, ਵਜਨ ਵੀ ਰੱਖੂ। ਜਿਵੇਂ ਆਪਾਂ ਸਿੱਧੇ ਤੌਰ ਤੇ ਕਹਿ ਲਈ ਉੱਤੇ ਲੱਤ ਰੱਖਦਾ ਹੁੰਦਾ ਨਾ, ਅਗਲੇ ਇਸ ਤਰ੍ਹਾਂ ਦੇ ਦੂ ਜ਼ਰੂਰ, ਪਰ ਦਾਤਾ ਦੇਖੋ ਕਿਹੋ ਜਿਹਾ ਬੇਅੰਤ ਹੈ। ਦਿਓਰੀ ਦੇਤੀ ਕੰਚਨ ਵਰਗੀ, ਮੁੜ ਕੇ ਮੰਗੀ ਨੀ ਨਾ, ਮੁੜ ਕੇ ਆਸਾਨ ਕਰਾਇਆ, ਕਿਹਾ ਵੀ ਉਹ ਮੇਰੀ ਦਿਓਰੀ ਦਿੱਤੀ ਹੋਈ ਹੈ। ਪਰ ਇੱਕ ਗੱਲ ਜ਼ਰੂਰ ਕਹਿ ਦਿੱਤੀ, ਇਸ ਦਿਓਰੀ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਤੇ ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ।
ਗੁਰੂ ਜੀ ਕਹਿਣ ਲੱਗੇ, ਸਿੱਖਾ ਤੈਨੂੰ ਸਰੀਰ ਦੇ ਦਿੱਤਾ, ਦੇਖੋ ਕੰਚਨ ਵਰਗੀ ਦਿਓਰੀ, ਦੋ ਅੱਖਾਂ ਦੇ ਦਿੱਤੀਆਂ, ਦੋ ਕੰਨ ਦੇ ਦਿੱਤੇ। ਦਾਤੇ ਦਾ ਸ਼ੁਕਰ ਤਾਂ ਕਰਦੇ ਅਸੀਂ ਸਾਰੀ ਜ਼ਿੰਦਗੀ ਨਹੀਂ ਥੱਕ ਸਕਦੇ, ਪਰ ਭੁੱਲ ਗਏ ਕਿਵੇਂ? ਦਾਤ ਪਿਆਰੀ ਵਿਸਰਿਆ ਦਾਤਾਰ। ਦਾਤੇ ਦਾ ਸ਼ੁਕਰ ਕਰਨਾ ਹੀ ਭੁੱਲ ਗਏ। ਦਾਤਾਂ ਦੇ ਵਿੱਚ ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਛੋਟੇ ਛੋਟੇ ਖਿਡੌਣਿਆਂ ਦੇ ਵਿੱਚ ਦੇ ਕੇ ਉਲਝਾ ਦਿੰਦੀ ਹੈ ਨਾ, ਪਰਮਾਤਮਾ ਦੇ ਵਿੱਚ ਛੋਟੇ ਛੋਟੇ ਖਿਡੌਣੇ ਦੇ ਦਿੱਤੇ, ਉਹਦੇ ਵਿੱਚ ਮਨੁੱਖ ਉਲਝ ਗਿਆ। ਪੁੱਤਰ ਧੀਆਂ ਦਾ ਸੁੱਖ ਉਹਨਾਂ ਵਿੱਚ ਉਲਝ ਗਿਆ, ਘਰ-ਬਾਰ ਦਾ ਸੁੱਖ ਉਹਦੇ ਵਿੱਚ ਉਲਝ ਗਿਆ, ਪਰ ਜਿਹਨੇ ਦਿੱਤੀਆਂ ਨੇ ਦਾਤਾਂ ਉਹਨੂੰ ਭੁੱਲ ਗਿਆ। ਜਿਸ ਦਾਤੇ ਨੇ ਦਾਤ ਦਿੱਤੀ ਹੈ ਨਾ, ਦਾਤ ਪਿਆਰੀ ਵਿਸਰਿਆ ਦਾਤਾਰ। ਦਾਤੇ ਨੂੰ ਵਿਸਾਰ ਦਿੱਤਾ, ਦਾਤ ਦੇਣ ਵਾਲੇ ਨੂੰ ਭੁੱਲ ਗਿਆ, ਦਾਤ ਨਾਲ ਪਿਆਰ ਪਾ ਲਿਆ, ਭਾਵ ਵਸਤੂ ਨਾਲ ਪਿਆਰ ਪਾ ਲਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਜਿਹੜਾ ਕੋਈ ਸੱਚੇ ਦਿਲੋਂ ਸੱਚੇ ਮਨੋਂ ਕਿਤੇ ਗੁਰੂ ਦੇ ਨਾਲ ਆ ਜਾਵੇ ਨਾ, ਦੁਨੀਆ ਦੇ ਲੋਕ ਨਫ਼ਰਤ ਕਰਦੇ ਨੇ ਅੱਜ ਮਨੁੱਖ ਤੋਂ, ਮਨੁੱਖ ਨਫ਼ਰਤ ਕਰਦਾ, ਪਰ ਸਾਡਾ ਗੁਰੂ ਨਹੀਂ ਕਰਦਾ। ਗੁਰੂ ਕੋਲੇ ਹਿਰਦਾ ਸਾਫ਼ ਕਰਕੇ ਕਿਤੇ ਮਨੁੱਖ ਆ ਕੇ ਕਹਿ ਦੀ, ਸੱਚੇ ਪਾਤਸ਼ਾਹ ਮੇਲ ਲਿਓ ਦਵਾਰ, ਢਹਿ ਪਏ ਦੁਆਰੇ, ਸੱਚੇ ਪਾਤਸ਼ਾਹ ਮੈਂ ਤੇਰੇ ਦੁਆਰ ਤੇ ਆ ਗਿਆ। ਮਹਾਰਾਜ ਜੀ ਕਹਿਣ ਲੱਗੇ, ਫਿਰ ਉਹ ਜਿਹੜੀ ਹੈ ਸ਼ਰੀਅਤ ਦੀ ਵੱਟ ਹੈ ਨਾ, ਉਹ ਮਨੁੱਖ ਪਰਮਾਤਮਾ ਜਿਹੜੀ ਹੈ ਉਹ ਢਾ ਦਿੰਦਾ ਹੈ। ਸ਼ਰੀਅਤ ਦੀ ਵੱਟ ਹੈ ਜਿਹੜੀ, ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦਗੜ੍ਹ ਦੇ ਕਿਲੇ ਵਿੱਚ ਆਈ ਸਮੇਂ ਕੀਰਤਨ ਕਰਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਸਾਰੀ ਸੰਗਤ ਦਰਬਾਰ ਵਿੱਚ ਸਜਦੀ ਹੈ, ਮਹਾਰਾਜ ਦਰਬਾਰ ਵਿੱਚ ਸਜਦੇ ਨੇ। ਇੱਕ ਇਹੋ ਜਿਹਾ ਮਨੁੱਖ ਹੈ ਜਿਹੜਾ ਆ ਕੇ ਗੁਰਦੁਆਰੇ ਦਰਬਾਰ ਚ ਆਉਂਦਾ ਵੀ ਜ਼ਰੂਰ ਹੈ, ਆਨੰਦਗੜ੍ਹ ਦੇ ਕਿਲੇ ਵਿੱਚ ਆਉਂਦਾ ਅੰਮ੍ਰਿਤ ਵੇਲੇ, ਪਰ ਜਿਹੜਾ ਆਨੰਦਗੜ੍ਹ ਦਾ ਕਿਲੇ ਦਾ ਗੇਟ ਹੈ ਨਾ, ਉੱਥੇ ਆ ਕੇ ਖੜ ਜਾਂਦਾ ਸਾਹਮਣੇ। ਸਾਰਾ ਕੀਰਤਨ ਸਾਰੀ ਵਿਚਾਰ ਉੱਥੇ ਖੜ ਕੇ ਸੁਣਦਾ, ਉਸ ਤੋਂ ਬਾਅਦ ਵਾਪਸ ਚਲਿਆ ਜਾਂਦਾ, ਅੰਦਰ ਨਹੀਂ ਆਉਂਦਾ ਦਰਬਾਰ ਦੇ। ਇੱਕ ਦਿਨ, 2 ਦਿਨ, 3 ਦਿਨ ਬੀਤੇ, 4 ਦਿਨ ਕਹਿ ਲਓ। ਸੰਗਤ ਵੀ ਦੇਖਦੀ ਆਉਣ ਵਾਲੀ ਵੀ, ਅੰਦਰ ਕਾਹਤੋਂ ਨਹੀਂ ਆਉਂਦਾ। ਕਈਆਂ ਨੇ ਕਿਹਾ ਵੀ ਤੂੰ ਅੰਦਰ ਆ ਕੇ ਬੈਠ ਜਾਓ, ਕਹਿੰਦਾ ਨਹੀਂ ਤੁਸੀਂ ਜਾਓ। ਕਿਉਂ? ਇਹਦੀ ਬਾਬਤ ਵੀ ਗੁਰਬਾਣੀ ਨੇ ਫਰਮਾਨ ਕਰਿਆ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਆਪਣੇ ਘਰੋਂ ਆਉਂਦਾ ਅੰਮ੍ਰਿਤ ਵੇਲੇ ਰੋਜ਼ਾਨਾ, ਆ ਕੇ ਦਰਬਾਰ ਦੇ ਅੱਗੇ ਖੜ ਜਾਂਦਾ ਹੈ, ਗੇਟ ਦੇ ਨਾਲ ਇਸ ਤਰ੍ਹਾਂ ਲੱਗ ਕੇ ਸਮਾਪਤੀ ਹੋ ਜਾਂਦੀ ਹੈ, ਉੱਥੇ ਵਾਪਸ ਚਲਿਆ ਜਾਂਦਾ। ਫਿਰ ਮਹਾਰਾਜ ਜੀ ਜਾਣੀ ਜਾਣ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਾਨ ਸਿੰਘ, ਭਾਈ ਦਿਆਲ ਸਿੰਘ ਨੇ ਆ ਕੇ ਆਖਿਆ, ਮਹਾਰਾਜ ਇਹ ਕੌਣ ਮਨੁੱਖ ਹੈ ਜਿਹੜਾ ਅੰਦਰ ਨਹੀਂ ਆਉਂਦਾ? ਇਹਨੂੰ ਪਤਾ ਕਰੋ, ਪੁੱਛੋ ਕੌਣ ਹੈ। ਮਹਾਰਾਜ ਜੀ ਨੇ ਕਿਹਾ, ਬੁਲਾ ਕੇ ਲਿਆਓ ਇਹਨੂੰ। ਅੱਜ ਉਹਦੀ ਸੁੱਤੀ ਕਿਸਮਤ ਜਾਗ ਪਈ। ਜਿਹਨੂੰ ਗੁਰੂ ਨੇ ਅੰਮ੍ਰਿਤ ਵੇਲੇ ਯਾਦ ਕਰ ਲਿਆ, ਉਹਦੇ ਭਾਗ ਉਦੈ ਹੋ ਗਏ। ਚੰਗੇ ਭਾਗ ਨੇ ਜਿਹਨੂੰ ਗੁਰੂ ਅੰਮ੍ਰਿਤ ਵੇਲੇ ਯਾਦ ਕਰਦਾ ਹੋਵੇ। ਤੇ ਜਿਹੜਾ ਸਿੱਖ ਉੱਠ ਕੇ ਆਉਂਦਾ, ਉਹਦੇ ਉਦੋਂ ਵੀ ਵੱਡੇ ਭਾਗ ਨੇ। ਮਹਾਰਾਜ ਜੀ ਕੀ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਕਹਿੰਦੇ ਏਡਾ ਵੱਡਾ ਜਿਹੜਾ ਮਹੱਤਵ ਪ੍ਰਾਪਤ ਹੁੰਦਾ ਹੈ। ਜਿਵੇਂ ਇੱਕ ਸਿੱਖ ਅੰਮ੍ਰਿਤ ਵੇਲੇ ਉਸ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਨਹਾ ਲਿਆ, ਇਸ਼ਨਾਨ ਕਰ ਲਿਆ, ਜੈ ਜੈ ਸਿੱਖ ਅੰਮ੍ਰਿਤ ਵੇਲੇ ਆ ਕੇ ਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਆ ਕੇ ਬਾਣੀ ਪੜ੍ਹਨ ਲੱਗ ਗਏ। ਐਡੇ ਵੱਡੇ ਭਾਗ ਹਨ। ਹੁਣ ਉਹ ਸਿੱਖ ਨੂੰ ਮਹਾਰਾਜ ਜੀ ਨੇ ਕੋਲ ਬੁਲਾ ਲਿਆ। ਮਹਾਰਾਜ ਜੀ ਕਹਿਣ ਲੱਗੇ, ਤੂੰ ਬਾਹਰ ਖੜ ਜਾਣਾ, ਆ ਕੇ ਅੰਦਰ ਨਹੀਂ ਆਉਂਦਾ ਦਰਬਾਰ ਸਾਹਿਬ ਦੇ, ਇਹਦਾ ਕਾਰਨ ਕੀ ਹੈ? ਉਹ ਸਿੱਖ ਨੇ ਹੱਥ ਬੰਨ੍ਹ ਕੇ ਆਖਿਆ, ਸੱਚੇ ਪਾਤਸ਼ਾਹ ਮੈਂ ਅੰਦਰ ਆਉਣ ਜੋਗਰਾ ਨਹੀਂ ਹੈ, ਮੇਰੇ ਕਰਮ ਮਾੜੇ ਨੇ, ਮੈਥੋਂ ਅੰਦਰ ਤਾਂ ਨਹੀਂ ਆ ਜਾਂਦਾ, ਮੇਰੇ ਕਰਮ ਮਾੜੇ ਨੇ। ਭਾਗਹੀਨ ਕੋ ਨਾ ਮਿਲੇ ਭਲੀ ਬਸਤ ਕਾ ਭੋਗ, ਦਾਖ ਪੱਕੀ ਮੁਖ ਪਾਕ ਭਇਆ ਭਇਆ ਕਾਗ ਕਰੋ। ਮਹਾਰਾਜ ਮੇਰੇ ਕਰਮ ਏਡੇ ਕੋਈ ਚੰਗੇ ਨਹੀਂ ਹਾਂ ਵੀ ਜਿਸ ਕਰਕੇ ਮੈਂ ਗੁਰੂ ਦੇ ਦਰਬਾਰ ਵਿੱਚ ਆ ਸਕਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇੱਥੇ ਚੰਗੇ ਕਰਮਾਂ ਵਾਲੇ ਆਉਂਦੇ ਨੇ, ਇੱਥੇ
ਜੇ ਤੇਰੇ ਮਾੜੇ ਕਰਮ ਨੇ ਨਾ, ਆ ਇੱਕੋ ਇੱਕ ਜਗ੍ਹਾ ਜਿੱਥੇ ਤੇਰੇ ਚੰਗੇ ਕਰਮ ਜਿਹੜੇ ਉਹ ਬਣ ਜਾਣਗੇ। ਹੱਥ ਬੰਨ੍ਹ ਕੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਂ ਅੰਦਰ ਪਤਾ ਕਿਉਂ ਨਹੀਂ ਆਉਂਦਾ, ਮੈਂ ਕਲਾਲ ਹਾਂ। ਸਿਆਣੇ ਪੁਰਸ਼ ਇਸ ਗੱਲ ਨੂੰ ਸਮਝ ਜਾਣਗੇ ਵੀ ਕਲਾਲ ਕਿਹਨੂੰ ਕਿਹਾ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ ਤੂੰ ਕਲਾਲ ਹੈ। ਕਲਾਲ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਘਰ ਦੇ ਵਿੱਚ ਸ਼ਰਾਬ ਕੱਢ ਕੇ ਵੇਚੇ, ਉਹਨੂੰ ਗੁਰਬਾਣੀ ਨੇ ਕਲਾਲ ਆਖਿਆ। ਕਹਿੰਦੇ ਉਹ ਕਲਾਲ ਹੈ ਬੰਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਜੇ ਤੂੰ ਕਲਾਲ ਹੈ ਫਿਰ ਅੰਮ੍ਰਿਤ ਵੇਲੇ ਆਉਣਾ, ਤੇਰੇ ਚੰਗੇ ਕਰਮ ਤੈਨੂੰ ਚੱਕ ਕੇ ਲਿਆਉਂਦੇ ਨੇ ਗੁਰਦੁਆਰੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਿਹਰ ਪੈ ਗਈ ਉਹਦੇ ਉੱਤੇ, ਤੇ ਬੜੇ ਪਿਆਰ ਵਿੱਚ ਆ ਕੇ ਆਖਿਆ, ਸਿਖਾ ਤੂੰ ਆਪਣੇ ਘਰ ਦੇ ਵਿੱਚ ਕਲਾਲ ਹੈ। ਤੂੰ ਰੋਜ਼ ਅੰਮ੍ਰਿਤ ਵੇਲੇ ਜਾਂ ਦਿਨੇ ਵੀ ਚਲੋ ਇਹ ਸ਼ਰਾਬ ਕੱਢ ਕੇ ਵੇਚਦਾ, ਤੂੰ ਆਪਣੇ ਘਰ ਵਿੱਚ ਕਲਾਲ ਹੋਵੇਂਗਾ। ਪਰ ਜਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਆ ਗਿਆ, ਆ ਕੇ ਨਮਸਕਾਰ ਕੀਤੀ, ਸੰਗਤ ਦੇ ਦਰਸ਼ਨ ਕੀਤੇ, ਅੰਮ੍ਰਿਤ ਬਾਣੀ ਤੇਰੇ ਕੰਨਾਂ ਵਿੱਚ ਪਈ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੁਕੈ ਨਿਸਤਾਰ। ਕਹਿੰਦੇ ਜਦੋਂ ਤੂੰ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਬਾਣੀ ਪੜ੍ਹੀ, ਗੁਰੂ ਦੀ ਮੋਹਰ ਲੱਗੀ ਤੇਰੇ ਉੱਤੇ, ਸੰਗਤ ਦੀ ਮੋਹਰ ਲੱਗੀ, ਇੰਨੀ ਸੰਗਤ ਦੀ ਤੇਰੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੁੱਕਲ ਵਿੱਚ ਲੈ ਕੇ ਆਖਿਆ, ਜੀ ਤੂੰ ਕਲਾਲ ਨਹੀਂ ਹੈ। ਆਪਣੇ ਘਰ ਹੋ ਸਕਦਾ ਕਲਾਲ, ਠੀਕ ਹੈ, ਪਰ ਜਦੋਂ ਤੂੰ ਗੁਰੂ ਦੇ ਘਰ ਦੇ ਵਿੱਚ ਆ ਗਿਆ, ਮਹਾਰਾਜ ਨੇ ਬੁੱਕਲ ਵਿੱਚ ਲੈ ਕੇ ਆਖਿਆ, ਅੱਜ ਤੋਂ ਤੂੰ ਮੇਰਾ ਲਾਲ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕਲਾਲ ਨਹੀਂ, ਅੱਜ ਤੂੰ ਮੇਰਾ ਲਾਲ ਹੈ। ਦੇਖੋ ਸਮਝਾਉਣ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਹੈ। ਹੁਣ ਬੰਦਾ ਕੋਈ ਇਹੋ ਜਿਹਾ ਹੋਵੇ, ਨਖਿੱਧ ਹੋਵੇ, ਤੇ ਆਪਾਂ ਉਹਨੂੰ ਦੁਰਕਾਰ ਕੇ ਹੋਰ ਪਾਸੇ ਕਰ ਦਈਏ। ਭਾਵ ਕੋਈ ਬੰਦਾ ਗਲਤੀ ਕਰਦਾ ਹੈ, ਆਪਾਂ ਨੂੰ ਸੁਧਾਰਨ ਦਾ ਮੌਕਾ, ਪੁਲਿਸ ਫੜ ਕੇ ਲੈ ਜਾਂਦੀ ਹੈ। ਹਾਂ ਚਲੋ ਆਪਾਂ ਉਦਾਹਰਣ ਹੋਰ ਲੈ ਲਓ, ਪੁਲਿਸ ਫੜ ਕੇ ਲੈ ਜਾਂਦੀ ਹੈ। ਉਹ ਕਿਉਂ ਫੜ ਕੇ ਲੈ ਜਾਂਦੀ ਹੈ? ਕਿਉਂਕਿ ਗੁਨਾਹ ਕੀਤਾ ਹੈ। ਉਸ ਪੁਲਿਸ ਨੇ ਫੜ ਕੇ ਉਸ ਬੰਦੇ ਨੂੰ ਅੰਦਰ ਹਵਾਲਾਤ ਦੇ ਵਿੱਚ ਤਾੜ ਦਿੱਤਾ, ਤੇ ਉਹ ਹਵਾਲਾਤ ਵਿੱਚ ਤਾੜਨ ਦਾ ਭਾਵ ਹੁੰਦਾ ਹੈ ਇਹਨੂੰ ਸਮਾਂ ਦਿੱਤਾ, ਤੂੰ ਆਪਣੀਆਂ ਗਲਤੀਆਂ ਨੂੰ ਹੋਰ ਸੁਧਾਰ ਲੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਆਪਣੀਆਂ ਗਲਤੀਆਂ ਨੂੰ ਸੁਧਾਰ, ਜਿਹੜਾ ਆਪਣਾ ਕੀਤਾ ਪਾਪ ਉਹਦੇ ਪਛਤਾਚਾਪ ਕਰ। ਜੇ ਨਹੀਂ ਸੁਧਰਦਾ ਉਹਨੂੰ ਕਹਿੰਦੇ ਵੀ ਇਹਨੂੰ ਹੋਰ ਮੌਕਾ ਦੇ ਦਿਓ, ਉਹਨੂੰ ਜੇਲ੍ਹ ਵਿੱਚ ਕਰ ਦਿਓ, 20 ਸਾਲਾਂ 'ਚ ਤਾਂ ਕਿਤੇ ਨਾ ਕਿਤੇ ਅਕਲ ਆਊਗੀ ਇਹਨੂੰ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੂੰ ਕਲਾਲ ਨਹੀਂ, ਤੂੰ ਅੱਜ ਤੂੰ ਮੇਰਾ ਲਾਲ ਹੈ। ਬਖਸ਼ਿਆ ਗਿਆ ਨਾ। ਜੇ ਕਿਤੇ ਉਹਨੂੰ ਕਹਿੰਦੇ ਤੂੰ ਇਹੋ ਜਿਹਾ ਨਖਿੱਧ ਬੰਦਾ ਹੈ, ਤੇਰੀਆਂ ਭੈੜੀਆਂ ਹਰਕਤਾਂ ਨੇ, ਤੂੰ ਇੱਥੇ ਨਾ ਆਇਆ ਕਰ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਦਾ ਜੀਵਨ ਹੋਰ ਵਿਗੜ ਜਾਂਦਾ। ਫਿਰ ਭਾਈ ਨੰਦ ਲਾਲ ਜੀ ਕਹਿੰਦੇ ਫਿਰ ਉਹਨੂੰ ਸੋਝੀ ਆ ਜੂਗੀ, ਕਿਹੜੀ ਆਗੈ ਸਮਝ ਚੱਲੀ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੁਣ ਇਉਂ ਕਰਿਆ ਕਰ, ਤੂੰ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ। ਮਹਾਰਾਜ ਮੈਂ ਕਰਾਂ ਕੀ? ਮਹਾਰਾਜ ਜੀ ਕਹਿਣ ਲੱਗੇ, ਅਜੇ ਤਾਂ ਕੁਝ ਨਹੀਂ ਵਿਗੜਿਆ ਵਈ ਤੇਰਾ, ਗੋਬਿੰਦ ਜਪ ਲੈਣਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈਣਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈ ਮਨਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈ ਮਨਾ। ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈ ਮਨਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਗੋਬਿੰਦ ਜਪ ਲੈ ਮਨਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਅੰਦਰ ਫਰਮਾਨ ਕਰਦੇ ਨੇ, ਅਜਹੋਂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਕਹਿੰਦੇ ਹਜੇ ਤੇਰਾ ਕੁਝ ਨਹੀਂ ਵਿਗੜਿਆ। ਜੇ ਤੂੰ ਭੁੱਲਿਆ ਹੋਇਆ ਕਿਤੇ ਸ਼ਾਮ ਨੂੰ ਮੁੜ ਕੇ ਆ ਗਿਆ ਨਾ ਘਰ ਦੇ ਵਿੱਚ, ਉਹਨੂੰ ਭੁੱਲਿਆ ਨਹੀਂ ਕਹਿੰਦੇ, ਤੂੰ ਆ ਗਿਆ ਨਾ।
महाराज जी कहन लगे जदों गुरु की मेहर की दृष्टि पै गई फिर सब कुछ भुल गया, सारे पाप उड गए फिर ते गुरु के चरणों विच रह गया। सच्चे पातशाह हुण किरपा कर दो मैनू अपना बुला लो, सगल द्वार को छाड़ के गए हो तुहारो द्वार। तन कलगीधर पातशाह महाराज दी सिख संगतां दी मेहर पै गई। जदों असीं किते अंम੍ਰਿਤ वेले चल के गुरु के चरणों विच, हाँ ठीक है बहुतियां दा यही ख्याल है, चलो खैर मैं बार बार ना दोहरावां भी की करिए जी, अंम੍ਰਿਤ वेले उठिया नहीं जाता, ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ ਹੈ, ਫਿਰ ਨਹਾਤਾ ਨਹੀਂ ਜਾਂਦਾ, ਫਿਰ ਸਤੋਂ ਆਇਆ ਨਹੀਂ ਜਾਂਦਾ। ਭਾਵ ਸਮਝ ਲਓ ਅਜੇ ਕਲਯੁਗ ਦਾ ਬਹੁਤਾ ਜ਼ੋਰ ਹੈ। ਜਿਵੇਂ ਉਹ ਨਾਨਕੀਣਾ ਸਾਹਿਬ ਸੰਗਰੂਰ ਦੇ ਲਾਗੇ ਕਲਯੁਗ ਮਿਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਆਕਾਸ਼ ਵਿੱਚ ਸਿਰ ਲੱਗਿਆ ਹੋਇਆ, ਪਤਾਲ ਵਿੱਚ ਪੈਰ ਨੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜਾ ਬੜੀ ਵੱਡੀ ਬਲਾ ਆਉਂਦੀ ਹੈ ਤੁਰੀ। ਪਹਿਲਾਂ ਉਹਨੇ ਅੱਗ ਦੀ ਵਰਖਾ ਕੀਤੀ, ਤੱਤੀ ਰੇਤ ਦੀ ਵਰਖਾ, ਫਿਰ ਮੀਂਹ ਬੱਦਲ ਕਾਲੀ ਬੋਲੀ ਚੜ੍ਹ ਆਈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਉੱਠੇ ਫਿਰ ਉਹ ਰੂਪ ਧਾਰਨ ਕਰਕੇ ਆ ਗਿਆ। ਮਹਾਰਾਜ ਕਹਿਣ ਲੱਗੇ ਤਾਂ ਨਹੀਂ ਛੱਡਦਾ। ਭਾਈ ਮਰਦਾਨਾ ਕਹਿਣ ਲੱਗਿਆ ਸੱਚਾ ਪਾਤਸ਼ਾਹ ਬਚਾਓ, ਤੂੰ ਬੈਠ। ਉਸ ਦੇ ਕਰਤਾਰ ਦੇ ਰੰਗ ਕਿਵੇਂ ਵਰਤਦੇ ਹਨ। ਕਲਯੁਗ ਨੇੜੇ ਆ ਗਿਆ। ਇੱਕ ਬੜਾ ਵੱਡਾ ਜੁੱਬੜ ਚੱਕਿਆ ਹੋਇਆ ਉਹਦੇ ਉੱਤੇ। ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜਾ ਦੇਖੋ ਕਿੱਡਾ ਵੱਡਾ ਜੁੱਬੜ ਹੈ। ਉਹ ਕਹਿੰਦਾ ਇਹ ਆਲਸ ਦਾ ਜੁੱਬੜ ਹੈ। ਇਹ ਸੁਬਹ ਅੰਮ੍ਰਿਤ ਵੇਲੇ ਮੈਂ ਸਾਰੇ ਜਗ ਸੰਸਾਰ ਦੇ ਉੱਤੇ ਪਾ ਦਿੰਦਾ। ਫਿਰ ਉਹ ਕਹਿੰਦੇ ਵੀ ਜਿਹੜੇ ਅੰਮ੍ਰਿਤ ਵੇਲੇ ਤੜਕੇ ਜੇ ਨੀਂਦ ਆਈ ਨਾ ਉਹ ਸਾਰੀ ਰਾਤ ਨਹੀਂ ਆਈ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਗਲੀਆਂ ਵਿੱਚ ਬੜੀਆਂ ਨੇ ਇਹਦੇ, ਤੇਰੇ ਜੁੱਬੜ ਵਿੱਚ ਬਾਹਲੀਆਂ ਗਲੀਆਂ ਨੇ। ਉਹ ਕਹਿੰਦਾ ਜਿਹੜੇ ਉਦਮੀ ਸਿੱਖ ਨੇ ਨਾ, ਉਦਮ ਕਰਦਿਆਂ ਜੀਓ ਤੂੰ ਕਮਾਵਦਿਆਂ ਸੁਖ ਭੁੰਚ। ਜਿਹੜੇ ਸਿੱਖ ਉਦਮੀ ਨੇ ਨਾ ਉਹ ਮੇਰੇ ਇਸ ਜੁੱਬੜ ਦੇ ਵਿੱਚ ਦੀ ਗਲੀਆਂ ਕੱਢ ਕੇ ਲੰਘ ਜਾਂਦੇ ਨੇ ਆਪਣੇ ਪਿਆਰੇ ਨੂੰ ਮਿਲਣ ਵਾਸਤੇ। ਇਹ ਉਹਨਾਂ ਉਦਮੀ ਸਿੱਖਾਂ ਦੀਆਂ ਗਲੀਆਂ ਕੀਤੀਆਂ ਹੋਈਆਂ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਰਦਾਨਾ ਜੀ ਕਹਿਣ ਲੱਗੇ ਠੀਕ ਹੈ। ਭਾਵ ਕਹਿਣ ਤੋਂ ਅੰਮ੍ਰਿਤ ਵੇਲੇ ਫਿਰ ਉਹ ਆਲਸ ਦਾ ਜੁੱਬੜ ਜਿਹੜਾ ਉਸ ਆ ਜਾਂਦਾ ਹੈ। ਫਿਰ ਜਿਹੜੇ ਉਦਮੀ ਸਿੱਖ ਨੇ ਉਹ ਆ ਕੇ ਆਪਣੇ ਗੁਰੂ ਨੂੰ ਮਿਲਦੇ ਨੇ। ਭਾਵੇਂ ਰਸਤੇ ਦੀਆਂ ਕਿੰਨੀਆਂ ਮਰਜ਼ੀ ਔਕੜਾ ਹੋਣ, ਝੱਖੜ ਝਾਂਗੀ ਮੀਂਹੋਂ ਬਰਸੈ, ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੈ, ਬਹੁ ਖਾਰਾ ਗੁਰਸਿੱਖ ਲੰਘ ਗੁਰੂ ਕਹਿ ਜਾਈ। ਆਓ ਆਪਣੇ ਖਿਆਲਾਂ ਨੂੰ ਧੰਨ ਮਾਤਾ ਗੁਜਰੀ ਜੀ, ਬਾਲ ਗੋਬਿੰਦ ਰਾਏ ਮਹਾਰਾਜ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਲੈ ਕੇ ਚੱਲੀਏ, ਕਿਉਂਕਿ ਉਹ ਤਿਆਰ ਚੱਲ ਰਿਹਾ। ਚਲੋ ਜਿੰਨਾ ਕੁ ਬੁੱਧੀ ਬਖਸ਼ੀ ਆਪਾਂ ਉਹਨੂੰ ਅੱਗੇ ਲਾ ਕੇ ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਆਪਣੇ ਜਿਹੜਾ ਦੂਜਾ ਤਿਆਰ ਚੱਲਦਾ ਉੱਥੇ ਪਹੁੰਚੇ ਸਨ। ਅੱਜ ਅੰਮ੍ਰਿਤ ਵੇਲਾ ਹੋਇਆ। ਧੰਨ ਮਾਤਾ ਗੁਜਰੀ ਜੀ ਕਹਿਣ ਲੱਗੇ ਕੱਲ ਫਿਰ ਸੁਣਿਆ ਉਹ ਘੜੇ ਭੰਨ ਦਿੱਤੇ, ਫਿਰ ਗਾਗਰਾਂ ਦੇ ਦਿੱਤੀਆਂ। ਗਾਗਰ ਦੇ ਵਿੱਚ ਵੀ ਤੀਰ ਮਾਰਿਆ, ਅੱਗੇ ਲੰਘਾ ਦਿੱਤਾ। ਲਾਲ ਜੀ ਹੁਣ ਮੈਂ ਤੈਨੂੰ ਕੀ ਕਵਾਂ, ਆ ਦੇਖੋ ਤਾਂ ਗਾਗਰਾਂ ਪਾਣੀ ਦੀਆਂ ਭੰਨ ਦਿੱਤੀਆਂ, ਤੀਰ ਲੰਘਾ ਦਿੱਤਾ। ਮਾਤਾ ਜੀ ਮੈਂ ਇੱਕੋ ਹੀ ਗਾਗਰ ਭੰਨੀ ਹੈ, ਪਰ ਉਹਦਾ ਵੀ ਕਾਰਨ ਸੀ। ਲਹਾਓ ਗਾਗਰ ਦੇਖਿਆ ਥੱਲੇ ਵਿੱਚ ਉਹਦੇ ਵਿੱਚ ਸੱਪ ਹੈ, ਬੜਾ ਭਿਆਨਕ। ਮਾਤਾ ਜੀ ਕਿਤੇ ਪਾਣੀ ਬੱਚੇ ਪੀ ਲੈਂਦੇ ਸਾਰੇ ਮਰ ਜਾਂਦੇ, ਜ਼ਹਿਰੀਲਾ ਸੱਪ ਸੀ ਇਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਜਾ ਕੇ ਪੰਡਤ ਸਿਵਦੱਤ ਦੀ ਮੈਂ ਕੱਲ ਕਰ ਰਿਹਾ ਸੀ। ਹਿੰਦੂ ਘਰਾਣੇ ਨਾਲ ਸੰਬੰਧ ਰੱਖਦਾ ਹੈ, ਪਰ ਆਸਥਾ ਬਹੁਤੀ ਹੈ ਮਾਤਾ ਗੁਜਰੀ ਦੇ ਲਾਲ ਦੇ ਉੱਤੇ। ਜਦੋਂ ਇਹ ਪਤਾ ਲੱਗਿਆ ਛੋਟੇ ਛੋਟੇ ਬੱਚੇ ਨਾਲ ਹਾਣੀ ਨੇ, ਖੇਡਦੇ ਨੇ, ਉਹ ਧੰਨ ਹੈ ਪਟਨੇ ਦੀ ਧਰਤੀ ਜਿੱਥੇ ਬਾਲ ਗੋਬਿੰਦ ਰਾਏ ਮਹਾਰਾਜ ਆਪਣੇ 4 ਸਾਲ ਦੇ ਕੌਤਕ ਵਰਤਾ ਕੇ ਆਏ। ਪੰਡਤ ਸਿਵਦੱਤ ਬੈਠੇ ਅੰਮ੍ਰਿਤ ਵੇਲਾ ਹੀ ਸਮੇਂ ਚੌਂਕੜਾ ਮਾਰਿਆ ਪੰਡਤ ਸਿਵਦੱਤ ਦਾ। ਸੰਧਿਆ ਕਰ ਰਿਹਾ, ਭਾਵ ਨਿਤਨੇਮ ਕਰ ਰਿਹਾ, ਇਬਾਦਤ ਕਰ ਰਿਹਾ ਰੱਬ ਦੀ। ਇਬਾਦਤ ਕਰਦਿਆਂ ਉਸ ਪੰਡਤ ਸਿਵਦੱਤ ਦੇ ਮਨ ਦੇ ਵਿੱਚ ਖਿਆਲ ਆ ਗਿਆ, ਜੇ ਮਾਤਾ ਗੁਜਰੀ ਦੀ ਆ ਜਿਹੜਾ ਲਾਲ ਹੈ ਨਾ, ਜੇ ਕਿਤੇ ਮੈਨੂੰ ਭਗਵਾਨ ਰਾਮ ਜੀ ਮਹਾਰਾਜ ਦੇ ਰੂਪ ਦੇ ਵਿੱਚ ਦਰਸ਼ਨ ਦੇਵੇ ਨਾ, ਫਿਰ ਮੈਂ ਮੰਨ ਲਾਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੈ ਅਵਸਥਾ ਛੋਟਾ ਹੀ, ਅਮਰ ਜਿਹੜੀ ਉਹ 4 ਸਾਲ ਦੀ ਹੈ ਉਮਰ। ਹੱਸ ਪੇ ਖੜੇ। ਹਾਣੀ ਉਹਨੂੰ ਕਹਿੰਦੇ ਪਾ ਦਿਓ ਪਾਣੀ ਇਹਦੇ ਉੱਤੇ। ਹਾਣੀ ਵਿੱਚ ਵੜ ਗਏ ਛੋਟੇ ਛੋਟੇ, ਉਸ ਤਰ੍ਹਾਂ ਐ ਪਾਣੀ ਉੱਤੇ ਪਾਉਂਦੇ ਨੇ। ਮਹਾਰਾਜ ਆਪ ਪਿਛਲੇ ਪਾਸੇ ਖੜ ਗਏ। ਜਦੋਂ ਪਿਛਲੇ ਪਾਸੇ ਖੜੇ
ਜਦੋਂ ਉਹਨੇ ਅੱਖਾਂ ਖੋਲੀਆਂ, ਬੱਚੇ ਮੇਰੇ ਉੱਤੇ ਪਾਣੀ ਪਾਉਂਦੇ ਨੇ, ਘੂਰਿਆ ਨਾ ਉਹ ਬੱਚਿਓ ਪਾਣੀ ਨਾ ਪਾਓ, ਮੈਂ ਸੰਧਿਆ ਕਰ ਨਿਤਨੇਮ ਕਰ ਰਿਹਾ, ਮੈਂ ਆਪਣਾ ਇਬਾਦਤ ਕਰ ਰਿਹਾ ਹਾਂ। ਮਨ ਵਿੱਚ ਖਿਆਲ ਆਇਆ ਭਗਵਾਨ ਰਾਮ ਜੀ ਦੇ ਦਰਸ਼ਨ ਤੇ ਪਿਛਲੇ ਪਾਸੇ ਬਾਲ ਗੋਬਿੰਦ ਰਾਏ ਮਹਾਰਾਜ ਜੀ ਖੜੇ ਨੇ। ਆਵਾਜ਼ ਮਾਰੀ, ਪੰਡਤ ਜੀ ਪਿੱਛੇ ਨੂੰ ਮੁੜ ਕੇ ਵੇਖੋ। ਜਦੋਂ ਪਿੱਛੇ ਨੂੰ ਮੁੜ ਕੇ ਵੇਖਿਆ, ਭਗਵਾਨ ਰਾਮ ਜੀ ਦੇ ਰੂਪ ਦੇ ਵਿੱਚ ਖੜੇ ਨੇ। ਦਰਸ਼ਨ ਹੋਏ ਤੇ ਪੰਡਤ ਸਿਵਦੱਤ ਨੇ ਭੱਜ ਕੇ ਜਾ ਕੇ ਚਰਨ ਫੜ ਲਏ। ਮੈਂ ਸੁਣਿਆ ਜ਼ਰੂਰ ਸੀ, ਜਿਹੜਾ ਮਾਤਾ ਗੁਜਰੀ ਜੀ ਦਾ ਲਾਲ ਹੈ ਨਾ, ਉਹ ਇੱਕ ਅਨੋਖਾ ਬਾਲਕਾ ਹੈ। ਉਹ ਕੌਣ ਹੈ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਜਗ ਦੇ ਤਾਰਨ ਵਾਸਤੇ ਆਏ ਨੇ। ਪਰ ਜਦੋਂ ਪੰਡਤ ਸਿਵਦੱਤ ਨੇ ਦਰਸ਼ਨ ਕਰ ਲਏ, ਭੁੱਖ ਮਿਟ ਗਈ। ਫਿਰ ਸਦਾ ਵਾਸਤੇ ਕਹਿ ਦਿੱਤਾ, ਓਏ ਅੱਜ ਤੋਂ ਮੈਂ ਬਸ ਗੁਰੂ ਦਾ ਹੀ ਹੋ ਗਿਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 65 ਸਾਲ ਪ੍ਰਚਾਰ ਕਰਿਆ। 65 ਸਾਲ, 70 ਸਾਲ ਦੀ ਉਮਰ ਸੀ ਮਹਾਰਾਜ ਦੀ। ਕੁੱਲ ਮਿਲਾ ਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਉਮਰ ਸੀ ਨਾ, ਉਹ 70 ਸਾਲ ਦੀ ਸੀ, ਜਿਹਦੇ ਚੋਂ 65 ਸਾਲ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਿਆ। 5 ਸਾਲ ਤੋਂ ਸ਼ੁਰੂ ਕਰਤਾ ਸੀ ਨਾ। ਪੰਡਤ ਸਿਵਦੱਤ ਨੂੰ ਜਿਹੜਾ ਵਾਹਿਗੁਰੂ ਜੀ ਪਾਦੇ ਗੋਪਾਲ ਨੂੰ ਜਿਹੜਾ ਉਹ ਦਿੱਤਾ, ਪੰਡਤ ਹਰਦਿਆਲ ਨੂੰ ਜਿਹੜਾ ਉਹ ਉਪਦੇਸ਼ ਦਿੱਤਾ, ਮੁਸਲਮਾਨਾਂ ਨੂੰ ਦਿੱਤਾ, ਈਸਾਈਆਂ ਨੂੰ ਦਿੱਤਾ, ਸਭ ਨੂੰ ਭਾਵ ਕਹਿਣ ਤੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਜਿਹੜਾ ਸੀ ਨਾ, ਉਹ 5 ਸਾਲ ਤੋਂ ਜੀਵਨ ਦੇ ਵਿੱਚ ਸ਼ੁਰੂ ਹੋ ਗਿਆ ਮਹਾਰਾਜ ਜੀ ਦਾ। ਤੇ ਫਿਰ 65 ਸਾਲ ਪੂਰੇ, ਤੇ 65 ਸਾਲਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਤੁਸੀਂ ਮੇਰੇ ਸਿੱਖ ਬਣ ਜਾਓ, ਨਹੀਂ ਕਿਤੇ ਕਿਹਾ। ਜਿੱਥੇ ਜਾ ਕੇ ਸੱਚ ਦੀ ਆਵਾਜ਼ ਬੁਲੰਦ ਕਰ ਦਿੱਤੀ, ਬਸ ਉਹਨਾਂ ਦਾ ਆਪਣੇ ਆਪ ਧਿਆਨ ਇੱਧਰ ਨੂੰ ਹੋ ਗਿਆ ਤੇ ਸਾਰੀ ਉਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਬਣ ਗਏ। ਹਰਿਦੁਆਰ ਚਲੇ ਗਏ। ਭਾਈ ਮਰਦਾਨੇ ਤੇ ਬਾਲੇ ਨੂੰ ਇੱਕ ਪਾਸੇ ਕਰਦਾ, ਤੁਸੀਂ ਇੱਥੇ ਬੈਠੋ, ਮੈਂ ਆ ਗਿਆ ਗੰਗਾ ਵਿੱਚ ਇਸ਼ਨਾਨ ਕਰਾਵਾਂ। ਜਿਤਨੇ ਵੀ ਵਿਦਵਾਨ ਬ੍ਰਾਹਮਣ ਸੀ ਸਾਰੇ ਉਹ ਚੜ੍ਹਦੇ ਕਿਰਨੀ ਨੂੰ ਮੁੱਖ ਕਰਕੇ ਸੂਰਜ ਨੂੰ ਪਾਣੀ ਦੇ ਰਹੇ ਨੇ, ਆਪਣੇ ਪਿੱਤਰਾਂ ਨੂੰ। ਮਹਾਰਾਜ ਕਹਿਣ ਲੱਗੇ, ਜੇ ਮੈਂ ਇਹਨਾਂ ਨੂੰ ਕਿਹਾ ਮੇਰੀ ਗੱਲ ਸੁਣੋ, ਇਹਨਾਂ ਨੇ ਸੁਣਨੀ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਗੰਗਾ ਦੇ ਵਿੱਚ ਵੜ ਗਏ। ਉਹ ਸ਼ਿਵ ਦੇ ਕਿਰਨੀ ਨੂੰ ਪਾਣੀ ਦੇਣ ਲੱਗ ਪਏ। ਪਾਣੀ ਦਾ ਬੁੱਕ ਭਰਦੇ ਨੇ ਤਾਂ ਨੂੰ ਸੁੱਟ ਦਿੰਦੇ ਨੇ। ਉਹ ਬ੍ਰਾਹਮਣਾਂ ਦਾ ਮੁੱਖ ਸਾਰਿਆਂ ਦਾ ਚੜ੍ਹਦੇ ਕਿੰਨੀ ਨੂੰ ਹੈ। ਜਦੋਂ ਵੇਖਿਆ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੰਨੀ ਵੇਖ ਕੇ ਸਾਰੇ ਹੱਸ ਪਿਓ, ਝੱਲਿਆ ਕਮਲਿਆ, ਇੱਧਰ ਨੂੰ ਨਹੀਂ, ਪਾਣੀ ਤਾਂ ਚੜ੍ਹਦੇ ਕਿੰਨੀ ਨੂੰ ਦੇਈਦਾ ਹੁੰਦਾ। ਮਹਾਰਾਜ ਕਹਿਣ ਲੱਗੇ, ਕਿਉਂ ਤੁਸੀਂ ਕਿਹਨੂੰ ਦਿੰਦੇ ਹੋ? ਕਹਿੰਦੇ ਆਪਣੇ ਪਿਤਰਾਂ ਨੂੰ, ਸੂਰਜ ਨੂੰ ਅਸੀਂ ਪਾਣੀ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ, ਮੈਂ ਆਪਣੀ ਖੇਤੀ ਨਾ ਬੀਜ ਕੇ ਆਇਆ ਕਰਤਾਰਪੁਰ, ਮੈਂ ਉੱਥੇ ਨੂੰ ਪਾਣੀ ਦੇ ਰਿਹਾ ਹਾਂ। ਸਾਰੇ ਹੱਸ ਪਏ, ਕਹਿੰਦੇ ਇੱਥੋਂ ਕਿੰਨਾ ਕੁ ਕਰਤਾਰਪੁਰ? ਕਹਿੰਦੇ ਹੋਊਗਾ ਕੋਈ 250 ਕਿਲੋਮੀਟਰ, 250 ਮੀਲ ਕਹਿ ਲਓ ਉਹਨਾਂ ਸਮੇਂ ਦਾ। ਮੈਂ ਉੱਥੇ ਨੂੰ ਪਾਣੀ ਦਿੰਨਾ ਹੈ। ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਸੂਰਜ ਨੂੰ। ਕਿੰਨਾ ਹੈ? ਕਹਿੰਦੇ ਬਹੁਤ ਉੱਚਾ ਸੂਰਜ। ਤੇ ਬਸ ਉਹਨਾਂ ਦੇ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਮਹਾਰਾਜ ਜੀ ਨੇ ਬੁਲਾ ਕੇ ਲੈ ਲਿਆ। ਜੇ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ, ਮੇਰਾ ਕਰਤਾਰਪੁਰ ਸਾਹਿਬ ਤੱਕ ਜਾ ਸਕਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਸ ਦੇਖੋ ਕੈਸਾ ਉਪਦੇਸ਼ ਦਿੱਤਾ ਬਾਬੇ ਨਾਨਕ ਨੇ। ਉਹਨਾਂ ਦੇ ਮੁਖ ਵਿੱਚੋਂ ਕਹਾਤਾ, ਉਹ ਕਹਿੰਦੇ ਕਰਤਾਰਪੁਰ ਨਹੀਂ ਤੇਰਾ ਪਾਣੀ ਜਾਂਦਾ। ਬਾਬਾ ਜੀ ਕਹਿੰਦੇ ਤੁਹਾਡਾ ਪਾਣੀ ਸੂਰਜ ਤੱਕ ਨਹੀਂ ਜਾਂਦਾ। ਬਸ ਸਾਰਿਆਂ ਨੇ ਚਰਨ ਫੜ ਲਏ, ਅੱਖਾਂ ਖੋਲ ਦਿੱਤੀਆਂ ਬਾਬੇ ਨਾਨਕ ਨੇ। ਫਿਰ ਜਿਤਨੇ ਖੜੇ ਸੀ ਸਭ ਨੇ ਕਹਿ ਦਿੱਤਾ, ਹੁਣ ਤਾਂ ਕਿਰਪਾ ਕਰੋ ਸਾਨੂੰ ਆਪਣਾ ਬਣਾ ਲਓ। ਧੰਨ ਬਾਬੇ ਨਾਨਕ ਨੇ ਇਹੋ ਜਿਹਾ ਉਪਦੇਸ਼ ਦਿੱਤਾ ਜਿਹੜਾ, ਤੇ ਅੱਜ ਉਹੀ ਉਪਦੇਸ਼ ਸਤਿਗੁਰੂ ਬਾਲ ਗੋਬਿੰਦ ਰਾਏ ਮਹਾਰਾਜ ਜੀ ਪੰਡਤ ਸਿਵਦੱਤ ਨੇ ਮੱਥਾ ਟੇਕ ਦਿੱਤਾ। ਮੈਂ ਸੁਣਿਆ ਜ਼ਰੂਰ ਸੀ ਵੀ ਜਿਹੜਾ ਮਾਤਾ ਗੁਜਰੀ ਜੀ ਦਾ ਲਾਲ ਹੈ ਨਾ, ਉਹ ਇੱਕ ਅਨੋਖਾ ਹੈ, ਪਰ ਅੱਜ ਮੈਂ ਅੱਖਾਂ ਨਾਲ ਵੇਖ ਲਿਆ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਪੰਡਤ ਸਿਵਦੱਤ ਨੂੰ ਨਿਹਾਲ ਕਰਕੇ ਫਿਰ ਮਹਾਰਾਜ ਜੀ ਖੇਡਦਿਆਂ ਖੇਡਦਿਆਂ, ਚਲੋ ਬਈ ਅੱਜ ਰਾਣੀ ਮੈਣੀ ਦੇ ਮਹਿਲਾਂ ਵਿੱਚ ਚਲੀਏ, ਜਿਸ ਰਾਣੀ ਦੇ ਕੋਈ ਘਰ ਦੇ ਵਿੱਚ ਪੁੱਤਰ ਨਹੀਂ। ਧਨ ਪਦਾਰਥ ਬਹੁਤ ਹੈ, ਧਨ ਪਦਾਰਥ ਆ ਜਾਣਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਅੱਜ ਕਈ ਮਨੁੱਖ ਧਨ ਨੂੰ ਪਾ ਕੇ ਨਾ, ਧਨ ਪਦਾਰਥ ਪਾ ਕੇ ਉਸ ਦਾਤੇ ਨੂੰ ਭੁੱਲ ਜਾਂਦੇ ਨੇ, ਆਪਣੇ ਹੰਕਾਰ ਦੇ ਵਿੱਚ ਹੀ ਆ ਜਾਂਦੇ। ਮਹਾਰਾਜ ਜੀ ਕਹਿੰਦੇ ਇਹ ਨਹੀਂ ਗੁਰੂ ਨੂੰ ਚੰਗਾ ਲੱਗਦਾ। ਧਨ ਪਦਾਰਥ ਹੁੰਦਿਆਂ ਹੋਇਆਂ ਵੀ ਵਿੱਚ ਗਰੀਬੀ ਦੇ ਰਹਿਣਾ। ਇਹ ਹੁਣ ਕੌਣ ਸੀ?
ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜੇ ਜਨਕ ਕੋਲੇ ਸਭ ਕੁਝ ਸੀ, ਪਰ ਰਹਿੰਦਾ ਗਰੀਬੀ ਦੇ ਵਿੱਚ। ਉਹਦਾ ਮਨ ਜਿਹੜਾ ਉਹ ਦਬੀਭੂਤ ਹੋਣਾ ਗਰੀਬਾਂ ਦੇ ਪ੍ਰਤੀ। ਧਨ ਪਦਾਰਥ ਹੁੰਦਿਆਂ ਹੋਇਆਂ ਵੀ ਰਾਜਾ ਜਨਕ ਸੀ ਜਿਹੜਾ ਨਾ ਮਾਇਆ ਤੋਂ ਨਿਰਲੇਪ ਸੀ। ਮਾਇਆ ਜ਼ਰੂਰੀ ਹੈ ਹੋਣੀ, ਦੌਲਤ ਗੁਜਰਾਨ ਹੈ। ਪਰ ਮਹਾਰਾਜ ਜੀ ਕਹਿੰਦੇ ਧਨ ਪਦਾਰਥ ਪਾ ਕੇ ਵੀ ਰਾਜਾ ਜਨਕ ਫਿਰ ਵੀ ਪਰਮਾਤਮਾ ਨੂੰ ਚੇਤੇ ਰੱਖਦਾ ਸੀ। ਤੇ ਅਸੀਂ ਕੀ ਕਰਦੇ ਹਾਂ, ਧਨ ਪਦਾਰਥ ਪਾ ਕੇ ਜਦੋਂ ਕਿਤੇ ਵਿਪਤਾ ਦੀ ਘੜੀ ਹੁੰਦੀ ਹੈ, ਕਾਮ ਪਰੇ ਤੇ ਸਿਮਰੀਏ, ਫਿਰ ਕਹਿੰਦੇ ਚਲੋ ਪਾਠ ਹੀ ਕਰਾ ਲਓ। ਮਹਾਰਾਜ ਜੀ ਕਹਿੰਦੇ ਨਹੀਂ, ਸੌਦਾ ਨਾ ਕਰ ਗੁਰੂ ਦੇ ਨਾਲ। ਜੇ ਤੂੰ ਗੁਰੂ ਦੇ ਨਾਲ ਸੌਦਾ ਕਰੇਗਾ ਤੇਰਾ ਕਾਰਜ ਨਹੀਂ ਰਾਸ ਹੋਣਾ। ਜੇ ਤਾਂ ਕਾਰਜ ਰਾਸ ਕਰਾਉਣ ਤਾਂ ਇੱਕ ਕੰਮ ਕਰਨਾ ਪਊਗਾ, ਉਹ ਕੀ, ਮਨ ਤਾਂ ਵੇਚ ਦੇ ਗੁਰਾਂ ਨੂੰ ਬਈ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਤੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਰਾ ਲਾ ਪਾਠ ਜਿੰਨਾ ਮਰਜੀ, ਲਿਆ ਦੇ ਰੁਮਾਲੇ, ਲਾ ਦੇ ਲੰਗਰ ਜਿੱਡਾ ਮਰਜੀ। ਕਹਿੰਦੇ ਗੁਰੂ ਨਹੀਂ ਖੁਸ਼ ਹੁੰਦਾ, ਇੱਕ ਗੱਲ ਤੇ ਗੁਰੂ ਖੁਸ਼ ਹੁੰਦਾ, ਮਨ ਵੇਚੈ ਸਤਿਗੁਰ ਕੈ ਪਾਸ। ਕਹਿੰਦੇ ਗੁਰੂ ਨੂੰ ਆਪਣਾ ਮਨ ਤਨ ਮਨ ਧਨ ਅਰਪਣ ਕਰਦੇ। ਕਰਦਾ ਸਿੱਖ ਜ਼ਰੂਰ ਅੱਜ ਤਨ ਮਨ ਅਰਪਣ। ਸੰਤ ਟਾਂਡੇ ਵਾਲੇ ਕਹਿੰਦੇ ਹੁੰਦੇ ਬੜੇ ਪਿਆਰ ਵਿੱਚ, ਕਹਿੰਦੇ ਸਿੱਖ ਆ ਕੇ ਮੱਥਾ ਟੇਕ ਕੇ ਗੁਰੂ ਨੂੰ ਕਹਿੰਦੇ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਤਿੰਨੇ ਕੁਝ ਤੇਰੇ, ਪਰ ਕਬਜ਼ਾ ਰਹੂਗਾ ਮੇਰਾ। ਮਹਾਰਾਜ ਜੀ ਕਹਿੰਦੇ ਯਾਰ ਇੰਤਕਾਲ ਰਜਿਸਟਰੀ ਚੱਕੀ ਫਿਰਦਾ ਨੇ, ਤੈਨੂੰ ਛੱਡਣੀ ਪਊਗੀ। ਸਭ ਕੁਝ ਗੁਰੂ ਨੂੰ ਅਰਪਣ ਕਰਨਾ ਪਊਗਾ। ਫਿਰ ਜੋ ਗੁਰੂ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜਾ ਕੁਝ ਗੁਰੂ ਨੇ ਕਿਹਾ ਤੈਨੂੰ ਮੰਨਣਾ ਪਊਗਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਫਿਰ ਤੇਰੇ ਸਾਰੇ ਕਾਰਜ ਆਪੀ ਰਾਸ ਹੋ ਜਾਣਗੇ ਜਦੋਂ ਤੂੰ ਮਨ ਗੁਰੂ ਨੂੰ ਵੇਚ ਦਿੱਤਾ। ਇੱਕ ਪ੍ਰਮਾਣ ਤੇ ਦੂਜਾ ਪ੍ਰਮਾਣ ਕੀ ਦਿੰਦੇ ਨੇ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਦੂਜਾ ਪ੍ਰਮਾਣ ਹੈ। ਧੰਨਾ ਭਗਤ ਜੀ ਕਹਿਣ ਲੱਗੇ ਤੇਰੀ ਬੰਦਗੀ ਤੂੰ ਪਰਮਾਤਮਾ ਦਾ ਚਿੰਤਨ ਕਰ, ਉਹਦੀ ਡਿਊਟੀ ਕਰ, ਪਰਮਾਤਮਾ ਤੇਰੀ ਡਿਊਟੀ ਕਰ ਦੂਗਾ। ਦੇਖ ਤਾਂ ਸੀ ਕਰਕੇ ਪਰ ਔਖੀ ਹੈ, ਆਖਣੇ ਔਖਾ ਸਾਚਾ ਨਾਮ, ਸਾਚਾ ਨਾਮ। ਪਰਮਾਤਮਾ ਦਾ ਨਾਮ ਲੈਣਾ ਹੀ ਸਭ ਤੋਂ ਔਖਾ ਹੈ। ਉਹ ਕੀ, ਅੰਮ੍ਰਿਤ ਵੇਲੇ ਹੀ ਸਭ ਤੋਂ ਔਖਾ ਉੱਠਣਾ। ਜਿੱਦਾਂ ਕਿਤੇ ਸੁਭਾਅ ਬਣ ਗਿਆ ਅੰਮ੍ਰਿਤ ਵੇਲੇ, ਇਹ ਅੰਮ੍ਰਿਤ ਵੇਲਾ ਨਹੀਂ ਹੈ ਹੁਣ ਜਿਹੜਾ ਤੁਸੀਂ ਬੈਠੇ ਹੋ, ਮਾਫ ਕਰਿਓ। ਅੰਮ੍ਰਿਤ ਵੇਲਾ ਤੇ 1 ਘੰਟਾ ਹੋ ਗਿਆ ਸਮਾਪਤ ਹੋਏ ਨੂੰ। 3 ਤੋਂ 6 ਵਜੇ ਤੱਕ ਇਹ ਚੌਥਾ ਪਹਿਰ ਹੁੰਦਾ ਹੈ। ਜਿਹਨੂੰ ਮਹਾਰਾਜ ਜੀ ਕਹਿੰਦੇ ਚੌਥੇ ਪਹਿਰ ਸੁਆਹ ਕੈ ਸੁੱਤਿਆਂ ਉਪਜਿਆ ਚਾਓ, ਤਿਨਾ ਦਰਿਆਵੈ ਸੋ ਦੋਸਤੀ, ਮਨ ਮੁਖ ਸਾਚਾ ਨਾ। ਉਹ ਕਹਿੰਦੇ ਉਹ ਤਾਂ ਸਮਾਪਤ ਹੋ ਗਿਆ। ਹੁਣ ਤਾਂ ਦਿਨ ਦਾ ਪਹਿਲਾ ਪਹਿਰ ਹੋ ਗਿਆ। 6 ਤੋਂ 9 ਵਜੇ ਤੱਕ ਪਹਿਲਾ ਪਹਿਰ ਦਿਨ ਦਾ ਹੁੰਦਾ ਹੈ। 4 ਪਹਿਰ ਦੀ ਰਾਤਰੀ ਤੇ 4 ਪਹਿਰ ਦਾ ਦਿਨ। ਮਹਾਰਾਜ ਜੀ ਕਹਿੰਦੇ ਹੁਣ ਤਾਂ ਆਪਾਂ ਦਿਨੇ ਬੈਠੇ ਆ ਗੁਰੂ ਦੇ ਚਰਨਾਂ ਵਿੱਚ। ਅੰਮ੍ਰਿਤ ਵੇਲਾ ਜਿਹੜੇ ਜਾਗਦੇ ਨੇ ਨਾ ਉਹਨਾਂ ਨੂੰ ਪੁੱਛ ਕੇ ਵੇਖੋ, ਪਿੰਨੀ ਰਹਿਣ ਦੇ ਚਮਕ ਦੇ ਬਈ ਤਾਰੇ, ਜਾਗਦੇ ਪਿਆਰੇ ਰੱਬ ਦੇ, ਚਮਕ ਦੇ ਤਾਰੇ, ਜਾਗਦੇ ਪਿਆਰੇ ਰੱਬ ਦੇ। ਪਿੰਨੀ ਰਹਿਣ ਦੇ ਚਮਕ ਦੇ ਤਾਰੇ, ਜਾਗਦੇ ਪਿਆਰੇ ਰੱਬ ਦੇ। ਪਿੰਨੀ ਰਹਿਣ ਦੇ ਚਮਕ ਦੇ ਤਾਰੇ, ਜਾਗਦੇ ਪਿਆਰੇ ਰੱਬ ਦੇ। ਪਿੰਨੀ ਰਹਿਣ ਦੇ ਚਮਕ ਦੇ ਤਾਰੇ, ਜਾਗਦੇ ਪਿਆਰੇ ਰੱਬ ਦੇ।
ਚਮਕਦੇ ਤਾਰੇ ਜਾਗਦੇ ਪਿਆਰੇ ਰੱਬ ਦੇ ਨਿਰਣ ਦੇ ਚਮਕਦੇ ਤਾਰੇ ਜਾਗਦੇ ਪਿਆਰੇ ਰੱਬ ਦੇ ਨਿਰਣ ਚਮਕਦੇ ਤਾਰੇ ਜਾਗਦੇ ਪਿਆਰੇ ਰੱਬ ਦੇ ਕਿੰਨੀ ਰੈਣੜੀਏ ਚਮਕਣ ਤਾਰੇ ਜਾਗੈ ਸੰਤ ਜਿਨਾ ਮੇਰੇ RAM ਪਿਆਰੇ। ਸਤਿਗੁਰੂ ਜੀ ਕਹਿਣ ਲੱਗੇ ਬੜੇ ਪਿਆਰ ਦੇ ਵਿੱਚ ਆ ਕੇ ਇਹ ਫਿਰ ਦੂਸਰਾ ਪ੍ਰਮਾਣ ਮਹਾਰਾਜ ਜੀ ਨੇ ਕਿ ਦਿੱਤਾ ਹੈ। ਕਹਿੰਦੇ ਤੂੰ ਪਰਮਾਤਮਾ ਦੀ ਬਾਣੀ ਪੜ੍ਹ, ਭਗਤੀ ਕਰ, ਬੰਦਗੀ ਕਰ, ਰੱਬ ਖੁਸ਼ ਹੋ ਕੇ ਤੇਰੇ ਕਾਰਜ ਕਰੂਗਾ। ਤੂੰ ਇਧਰਲੇ ਪਾਸੇ ਕਰ, ਦਾਤਾ ਤੇਰੇ ਕਾਰਜ ਸਵਾਰ ਦੂਗਾ। ਮਨ ਵਿੱਚ ਪਹਿਲਾ ਜਿਹੜਾ ਉਹ ਪ੍ਰਮਾਣ ਹੋ ਗਿਆ। ਤੇ ਦੂਜਾ ਮਹਾਰਾਜ ਜੀ ਕਹਿੰਦੇ ਜੋ ਜਨ ਤੁਮਰੀ ਭਗਤ ਸੰਤਾਂ ਕੇ ਕਾਰਜ ਆਪ ਖੁੱਲੇ। ਤੀਸਰਾ ਪ੍ਰਮਾਣ ਹੈ ਹਰ ਕੰਮ ਕਰਾਵਣ ਆਇਆ ਰਾਮ। ਫਿਰ ਅੱਗੇ ਪ੍ਰਮਾਣ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਆਏ ਸੰਤ ਪਰਾਉਣੇ ਕੀਰਤਨ ਹੋਆ ਰੈਣ ਸਵਾਈ ਛੱਡ ਨਾ ਸਕੇ ਸੰਤ ਜਨ ਰਾਜ ਦਵਾਰ ਨਾ ਸੇਵ ਕਮਾਈ। ਕਹਿੰਦੇ ਸੈਣ ਭਗਤ ਜੀ ਮਹਾਰਾਜ ਦੇ ਘਰ ਸਾਧੂ ਆ ਗਏ। ਭਾਈ ਗੁਰਦਾਸ ਜੀ ਨੇ ਆਪਣੀ ਬਾਰ ਵਿੱਚ ਫਰਮਾਨ ਕਰਿਆ। ਕਹਿੰਦੇ ਜਦੋਂ ਸਾਧੂ ਆ ਗਏ ਤੇ ਆ ਕੇ ਉਹ ਰਾਜੇ ਦੀ ਡਿਊਟੀ ਕਰਨ ਵਾਸਤੇ ਜਾਂਦਾ ਭਗਤ ਸੈਣ ਜੀ ਤੇ ਘਰ ਦੇ ਵਿੱਚ ਸਾਧ ਆ ਗਏ 20-25 ਇਕੱਠੇ ਹੀ। ਲਿਆ ਵੀ ਸੈਣ ਭਗਤ ਕਰ ਰੋਟੀ ਤਿਆਰ, ਆ ਗਏ ਅਸੀਂ ਤੇਰੇ ਘਰ ਬੰਦਗੀ ਕਰਾਂਗੇ। ਅੱਜ ਸਾਰੀ ਰਾਤ ਅਸੀਂ ਵੀ ਬੈਠਾਂਗੇ, ਤੈਨੂੰ ਵੀ ਬੈਠ ਕੇ ਬੰਦਗੀ ਕਰਨੀ ਪਊਗੀ। ਭਗਤ ਸੈਣ ਜੀ ਨੂੰ ਖੁਸ਼ੀ ਚੜ ਗਈ, ਡਿਊਟੀ ਭੁੱਲ ਗਿਆ। ਪ੍ਰੇਮ ਦੇਖੋ ਕਿੰਨਾ ਪ੍ਰੇਮ ਹੈ। ਮਹਾਰਾਜ ਜੀ ਕਹਿੰਦੇ ਪ੍ਰੇਮ ਦੇ ਵਿੱਚ ਆ ਕੇ ਸੈਣ ਭਗਤ ਜੀ ਆਪਣੀ ਡਿਊਟੀ ਕਰਨੀ ਭੁੱਲ ਗਏ। ਰਾਜੇ ਦੇ ਜਾਣਾ ਸੀ, ਜਿਹੜਾ ਉਹ ਸ਼ਹਿਰ ਦਾ ਰਾਜਾ ਸੀ ਉਹਨੂੰ ਫੋੜਾ ਹੋਇਆ ਸੀ, ਉਹਦੀ ਜਾ ਕੇ ਉਹ ਪੀਕ ਕੱਢਣੀ, ਦਵਾਈ ਲਾਉਣੀ। ਸੈਣ ਭਗਤ ਜੀ ਨੇ ਰਾਜਾ ਆਰਾਮ ਨਾਲ ਪੈ ਜਾਂਦਾ ਕੁਝ ਸਮਾਂ। ਉਹ ਡਿਊਟੀ ਰਾਤ ਨੂੰ ਸ਼ਾਮ ਨੂੰ ਜਾ ਕੇ ਕਰਦੇ, ਅੱਜ ਭੁੱਲ ਗਏ। ਸਾਧੂ ਆ ਗਏ। ਭਾਈ ਗੁਰਦਾਸ ਜੀ ਕਹਿੰਦੇ ਆਏ ਸੰਤ ਪਰਾਉਣੇ ਕੀਰਤਨ ਹੋਆ ਰੈਣ ਸਵਾਈ। ਰੈਣ ਤੋਂ ਸਾਰੀ ਰਾਤ ਭਾਵ ਕੀਰਤਨ ਹੋਇਆ ਤੇ ਬਹਿ ਕੇ ਚੌਂਕੜਾ ਮਾਰ ਕੇ ਲੱਗ ਗਿਆ ਵੀ ਨਾਲ ਹੀ ਕੀਰਤਨ ਕਰਨ। ਭਾਈ ਗੁਰਦਾਸ ਜੀ ਫਿਰ ਫਰਮਾਨ ਕਰਦੇ ਰਹੋ ਕਿ ਕਹਿੰਦੇ ਨੇ ਜੀ ਕੀਰਤਨ ਹੋਆ ਰੈਣ ਪਸਵਾਈ ਸੰਤ ਪਰਾਉਣੇ ਆਏ ਨੇ। ਕੀਰਤਨ ਹੋਆ ਰੈਣ ਸਵਾਈ ਸੰਤ ਪਰਾਉਣੇ ਆਏ ਨੇ। ਕੀਰਤਨ ਹੋਆ ਰੈਣ ਸਵਾਈ ਸੰਤ ਪਰਾਉਣੇ ਆਏ ਨੇ। ਕੀਰਤਨ ਹੋਆ ਰੈਣ ਸਵਾਈ ਸੰਤ ਪਰਾਉਣੇ ਆਏ ਨੇ। ਸੰਤ ਪਰਾਉਣੇ ਆਏ ਨੇ। ਕੀਰਤਨ ਹੋਆ ਰੈਣ ਸਵਾਈ ਸੰਤ ਪਰਾਉਣੇ ਆਏ ਨੇ। ਬੈਠ ਕੇ ਸਾਰੀ ਰਾਤ ਕੀਰਤਨ ਕਰੀ ਗਏ। ਦਿਨ ਚੜ ਗਿਆ, ਅੰਮ੍ਰਿਤ ਵੇਲੇ ਦਾ ਪ੍ਰਸ਼ਾਦਾ ਛਕ ਕੇ ਸਾਰੇ ਸਾਧ ਆਪੋ ਆਪਣੇ ਡੇਰਿਆਂ ਨੂੰ ਹੋ ਗਏ। ਸੈਣ ਭਗਤ ਜੀ ਕਹਿੰਦੇ ਉਹ ਮੈਂ ਤਾਂ ਡਿਊਟੀ ਕਰਨੀ ਸੀ ਰਾਜੇ ਦੀ, ਤੇ ਕਹਿੰਦੇ ਛੱਡ ਨਾ ਸਕੀ ਸੰਤ ਜਨ ਰਾਜ ਦਵਾਰ ਨਾ ਸੇਵਕ। ਕਹਿੰਦੇ ਸੰਤਾਂ ਨੂੰ ਵੱਡਾ ਜਾਣਿਆ, ਕਹਿੰਦੇ ਉਹਨਾਂ ਨੂੰ ਨਹੀਂ ਮੈਂ ਛੱਡ ਕੇ ਜਾਂਦਾ, ਰਾਜੇ ਤੋਂ ਦੇਖੀ ਜਾਊ ਜਿਹੜਾ ਕੁਝ ਤੜਕੇ ਹੋਊਗਾ। ਸੈਣ ਭਗਤ ਜੀ ਉਧਰ ਕੀਰਤਨ ਕਰਦੇ ਰਹੇ, ਡਿਊਟੀ ਕਰਦੇ ਰਹੇ, ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਤੇ ਰਾਜੇ ਦਾ ਸੈਣ ਭਗਤ ਦਾ ਰੂਪ ਧਾਰ ਕੇ ਰਾਜੇ ਦੀ ਡਿਊਟੀ ਕਰਤੀ ਪਰਮਾਤਮਾ ਨੇ। ਮਹਾਰਾਜ ਜੀ ਕਹਿੰਦੇ ਇੰਨਾ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ। ਰਾਜੇ ਦੀ ਡਿਊਟੀ ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰਜਾਈ। ਕਹਿੰਦੇ ਸੈਣ ਭਗਤ ਦਾ ਰੂਪ ਧਾਰਨ ਕਰਕੇ ਰਾਜੇ ਦੀ ਡਿਊਟੀ ਕਰੀ ਸਾਰੀ ਰਾਤ। ਉਸੇ ਤਰ੍ਹਾਂ ਪਰਮਾਤਮਾ ਨੇ ਉਹ ਆਪਣੇ ਮੂੰਹ ਦੇ ਨਾਲ ਜਿਹੜੀ ਆ ਉਹ ਕੱਢੀ ਪੀਕ, ਦਵਾਈ ਲਾਈ, ਰਾਜਾ ਠੀਕ ਹੋ ਗਿਆ। ਜਦੋਂ ਪਰਮਾਤਮਾ ਦੇ ਹੱਥ ਲੱਗੇ ਰਾਜਾ ਠੀਕ ਹੋ ਗਿਆ। ਕਹਿੰਦੇ ਇੰਨਾ ਕੋ ਖੁਸ਼ ਹੋ ਗਿਆ ਰਾਜੇ ਨੇ ਆਪਣੇ ਗਲ ਦੇ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਪਾਈ ਹੋਈ ਸੀ, ਉਹ ਪਰਮਾਤਮਾ ਦੇ ਰੂਪ ਦੇ ਜਿਹੜਾ ਨਾ ਰੂਪ ਸੀ ਉਹਦੇ ਗਲ ਵਿੱਚ ਪਾ ਦਿੱਤੀ। ਉਹਨੂੰ ਰਾਜੇ ਨੂੰ ਹੈ ਵੀ ਸੈਣ ਆਈ ਹੈ। ਕਹਿੰਦੇ ਉਹਨਾਂ ਨੇ ਖੋਲ ਕੇ ਮਾਲਾ ਆਪਣੇ ਗਲ ਚੋਂ ਸੈਣ ਦੇ ਭਗਤ ਦੇ ਰੂਪ ਦੇ ਗਲ ਦੇ ਵਿੱਚ ਪਾ ਦਿੱਤੀ। ਕਹਿੰਦੇ ਜਾਂਦੇ ਜਾਂਦੇ ਉਹ ਭਗਤ ਪਰਮਾਤਮਾ ਸੈਣ ਭਗਤ ਦੇ ਗਲ ਦੇ ਵਿੱਚ ਪਾ ਕੇ ਮਾਲਾ। ਹੁਣ ਤੜਕੇ ਸੈਣ ਭਗਤ ਜੀ ਉੱਠੇ, ਚਲੋ ਚੱਲੀਏ ਰਾਜੇ ਦੇ, ਦੇਖੀ ਜਾਓ ਜਿਹੜੀ ਸਜ਼ਾ ਦੇਊਗਾ। ਇੱਕ ਪੈਰ ਅੱਗੇ ਨੂੰ ਤੇ ਇੱਕ ਪਿੱਛੇ ਨੂੰ। ਡਰਦੇ ਨੇ ਰਾਜਾ ਫਿਰ ਵੀ ਸਮੇਂ ਦਾ ਪਤਾ ਨਹੀਂ ਕੀ ਸਜ਼ਾ ਦੇਊਗਾ। ਰਾਜ ਦਰਬਾਰ ਦੇ ਵਿੱਚ ਚਲੇ ਗਏ, ਜਾ ਕੇ ਹੱਥ ਬੰਨ ਕੇ ਖੜ ਗਏ। ਰਾਜਿਆ ਕੱਲ ਮੈਥੋਂ ਆਇਆ ਨਹੀਂ ਗਿਆ, ਮੈਂ ਸਾਡੇ ਘਰ ਸਾਧੂ ਆ ਗਏ
मैं उन्होंने चाह पानी पियाउण दे विच लग गया, कल मैथों आया नहीं गया। राजा हसन लग गया, कहन लग्या भगत जी जिहड़ी ड्यूटी तुसीं रात कीती है ना, पता ही नहीं किहो जे करामात वाले तुहाडे हत्थ सी। जदों तुसीं हत्थ लाया मेरे तां फोड़ा सारा ठीक हो गया उस वक्त ही। भगत जी कहन लगे राजा मखौल करदा है, मैनूं हुण सजा देऊगा। सैन भगत जी ने हत्थ बन के आख्या राजना ओए मैथों तां रात आया ही नहीं गया। कहंदे तुसीं झूठ बोलदे हो, तुसीं रात ड्यूटी करके गए हो। आ देखो तुहाडे गल दे विच माला पाई है, ये मैं उदों खुश हो के पाई है तुहाडे गल विच माला। देखी हाँ माला तो ठीक है। कहंदा जी मैं तां रात आया नहीं। कहंदे फिर कौन सी? कहंदे जिहदी ड्यूटी मैं करदा सी वो मेरी कर गया। बोलो सतनाम। जिहदी ड्यूटी मैं करदा सी, भाव मैं परमात्मा दा नाम जपदा दी। परमात्मा ने कहा मेरे प्यारे नूं किते कोई दुख ना आवे, ते रब मेरी ड्यूटी खुद कर गया आपके। करू अज साडी भी। दसो इन्ना भरोसा इन्ना विश्वास है किसे नूं? नहीं ना है। महाराज जी कहते जो इन्ना भरोसा बच गया फिर तुहाडी भी ड्यूटी करूगा। संतां के कारज आप खलोया जी, आप खलोया राम कारज भगतां दे। 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 जी कहन लगे परमात्मा दी इन्ना क ड्यूटी इन्ना क तनदेही दे नाल पूरा परण करके निभा दिओ। फिर जिन्हां जिन्हां दी ड्यूटी करी ना, जिन्हां ने रब दी ड्यूटी करी ते रब ने फिर उन्हां दी ड्यूटी कर दी। 12 साल संत बाबा नारायण सिंह मोनी जी ने 12 साल लगातार 13 तो थोड़े जे घट बनते, तकरीबन 13 क साल बनते ने। बस अपना जीवन सारा ही ला दिता परमात्मा दे लेखे। छोटियां छोटियां बच्चियां निक्कियां निक्कियां कुड़ियां ही सी कलियां 5 ते कह दिता बई हुण तां दीन दयाल भरोसे तेरे सब परवार चढ़ाया बेटे। हुण सैन भगत जी नूं राजे ने कहा तुसी मेरी ड्यूटी करके गए हो? नहीं मैं ड्यूटी नहीं की है। आ देखो तुहाडे गल विच माला। राजा इन्ना को खुश हो गया, कहंदे सैन भगत दी बांह फड़ के ना राजे ने अपने तख्त दे उत्ते बिठा लिया बराबर ते। एक पासे राजा बैठ गया, इस एक पासे भगत सैन जी महाराज बैठ गए। भावे जिहड़ी चलो गुरु घर दे विच कोई बरादरी नहीं हुंदी, जात नहीं हुंदी, भाव क्यों मानस की जात सब एक है पहचान हो। साडे लोकां ने बंडियां पाइयां ने या फलाना है फलानी बरादरी दा है फलानी बरादरी दा है। पर उस वक्त भगत सैन जी है वो नाई बरादरी विचों सी। जदों राजे ने अपने बराबर ते बिठा लिया फिर सतगुरु जी कहन लगे उन्हां नूं उस वक्त तो राजे कहन लग पे। राजे अज नाई नहीं कहा जाता, अज उन्होंने राजे कहा जाता है। क्यों? राजे दे बराबर ते बैठ गए। बिठाउण वाला कौन? गुरु जी दी बाणी पढ़ी ते गुरु ने राजे दे बराबर बिठा के अज उन्होंने हक दे दिता। अज तो तुहानू नाई नहीं कहणगे, अज तो तुहानू राजे कहणगे। बोलो सतनाम वाहिगुरू। महाराज जी कहन लगे कर बंदगी, कर बंदगी छाड़ मैं मेरा। कहते बंदगी कदों होगी? जदों अंदरों मैं मिट गई। इसदी बाबत भी गुरु तेग बहादुर महाराज दा श्लोक है, फरमान करते ने कर बंदगी छाड़ मैं मेरा जी, कर बंदगी छाड़ मैं मेरा। बंदगी छाड़ मैं मेरा, बंदगी छाड़ मैं मेरा। कर बंदगी छाड़ मैं मेरा, कर बंदगी छाड़ मैं मेरा। कर बंदगी छाड़ मैं मेरा, कर बंदगी छाड़ मैं मेरा। कर बंदगी छाड़ मैं मेरा, कर बंदगी छाड़ मैं मेरा। कर बंदगी छाड़ मैं मेरा, कर बंदगी छाड़ मैं मेरा। कर बंदगी छाड़ मैं मेरा जी, कर बंदगी
बंदगी छाड़ मैं मेरा जी, कर बंदगी कर बंदगी कर बंदगी। छाड़ मैं मेरा, कर बंदगी कर बंदगी, कर बंदगी छाड़ मैं मेरा जी, कर बंदगी कर बंदगी। कर बंदगी छाड़ मैं मेरा, कर बंदगी कर बंदगी, कर बंदगी छाड़ मैं मेरा, कर बंदगी कर बंदगी। महाराज जी कहते कर बंदगी छाड़ मैं मेरा, हिरदे राम सवार सवेरा। महाराज जी कहते परमात्मा की बंदगी करके वेख, फिर तेरे कारज सारे रास हो जाणगे। पर औखा है आखणे औखा सच्चा नाम। परमात्मा का नाम लेना भी सुनना भी बहुत औखा है। लेना भी औखा है परमात्मा का नाम, जो तुसी सुनोगे वो भी औखा है। जे कोई जपदा हो ना, महाराज जी कहते सुनना भी औखा है। पर जिन्हां दे भाग चंगे ने वो अंमृत वेले गुरबाणी पढ़ते भी ने ते सुनते भी ने। बड़भागी रूहान। आओ धन्नवाद सारिया संगतां दा। कल साडा टाइम पीस पता नहीं तो अगे हो गया, ते कल मैनू भाई निक्का सिंह ने लंबा दिता, कहना अज बाबा पहला समाप्ति कर जाना है किते। वो बह हसन लग गया। मैं आख्या भी हाँ असीं दिल्ली जाना। मैनू तो पता नहीं भी किवें कहंदे। मैं आख्या कल मैं काले नाल साई लाई सी धालीवाल ने भी हाँ आपां दिल्ली चलांगे धरने दे विच। मैनू कहना अज तू छेती समाप्ति करती छेती जाना। मैं आख्या नहीं, समाप्ति तो मैं उही टाइम ते करिया, अज साडा टाइम भी सी थोड़ा जिहा गाहां भज गया। ये करके चलो उन्हां दा भी जायज़ है लंबा। बाकी ये गल है भी हो जावे। मैं खैर वैसे वो तो नहीं, हाँ मैं तो तुहाडा भरा है छोटा। जदों मास्टर बच्चे पढ़ते होंदे ना, असीं छोटे छोटे पढ़ते होंदे, वो एग्जाम भाव विच दी एक परचा पा के वेखदे हुंदे भी बच्चे पढ़ते भी ने कि नहीं। तुसीं बच्चे नहीं, तुसीं संगत हो गुरु दी। वो कल वाला एक एग्जाम ही हो गया बस एक तरह का भी पता लग गया देखना भी किन्ने क सुनते ने ते किन्ने कि मैनू लांभा दिता। पर मन विच तां सारिआं दे सी, पर भाई निक्का सिंह फिर बोल उठिया, कहना अज बाली छेती सी तैनूं। मैं कहा भी चलो ये भी पता लग गया है। बोलो सतनाम। चलो एक प्रेम हुंदा है अपने भैन भरा ने, अपने भैन भरावां नूं कहा जांदा, दूजे नूं जे कहांगे देखो फिर किवें लगूगा। इस करके उन्हां दा धन्नवाद है। चलो शुक्र है गुरु दे अंमृत वेले चरणा विच बस इसे तरह ही आपां सारे भैन भरावां वाला प्रेम बना के ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਇਸ ਕਰਕੇ ਸਾਡੇ ਜਿਹੜੇ ਤੁਹਾਡੇ ਘਰਾਂ ਦੇ ਟਾਈਮ ਪੀਸ ਉਹਨਾਂ ਦੇ ਨਾਲੋਂ ਸਾਡੇ ਥੋੜਾ ਜਿਹਾ ਸਾਡੇ ਕਮਰੇ ਵਾਲਾ ਅੱਧਾ ਘੰਟਾ ਅੱਗੇ ਹੈ, ਦਰਬਾਰ ਸਾਹਿਬ ਵਾਲੇ ਸਾਡੇ 15-20 ਮਿੰਟ ਅੱਗੇ ਨੇ, ਕਿਉਂਕਿ ਇਹ ਸਾਨੂੰ ਨਾ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਫੌਜੀ ਸਾਧ ਕੋਲੇ ਰਹੇ ਹੈ ਤੇ ਰੰਗ ਵੀ ਫਿਰ ਉਹੋ ਜਿਹਾ ਲੱਗ ਜਾਂਦਾ ਫੌਜੀਆਂ ਦਾ। ਤੁਹਾਨੂੰ ਪਤਾ ਤੁਸੀਂ ਕੀ ਕਹਿੰਦੇ ਹੋ, ਅਸੀਂ ਨਹੀਂ ਉਹ ਕਹਿੰਦੇ ਕੁਝ, ਕਿਉਂਕਿ ਉਹ ਆਪਦੇ ਅਸੂਲਾਂ ਤੇ ਪੱਕੇ ਹੁੰਦੇ ਆ ਤੇ ਦੁਨੀਆ ਦੇ ਲੋਕ ਕਹਿੰਦੇ ਫੌਜੀ ਕਲਨ ਹੁੰਦੇ ਨੇ, ਪਰ ਨਹੀਂ, ਉਹ ਆਪਣੇ ਅਸੂਲ ਜਿਹੜੇ ਉੱਥੇ ਪੜ੍ਹ ਕੇ ਆਏ ਹੁੰਦੇ ਨੇ ਉਹੀ ਅਸੂਲ ਘਰੇ ਆ ਕੇ ਵਰਤਦੇ ਨੇ। ਅਸੀਂ ਅਸੂਲ ਜਿਹੜੇ ਬਾਬੇ ਨਰੈਣ ਸਿੰਘ ਮੋਨੀ ਜੀ ਕੋਲ ਪੜ੍ਹ ਕੇ ਆਏ ਨਾ ਉਹੀ ਅਸੂਲ ਹਰ ਇੱਕ ਥਾਂ ਤੇ ਵਰਤਦੇ। ਉਹ ਫੌਜੀ ਟਾਈਮ ਤੋਂ ਐ ਕਹਿੰਦੇ ਹੁੰਦੇ ਸੀ, ਦੇਖੀ ਕਿਤੇ ਟਾਈਮ ਤੋਂ ਨਾ ਕਹਾ ਲਈ, ਐ ਨਾ ਕਹਿਦੀ ਅੱਜ ਲੇਟ ਕਰਤਾ, ਐ ਨਾ ਕਹਿਦੀ ਅੱਜ ਪਹਿਲਾਂ ਕਰਤਾ। ਤੇ ਕੱਲ ਉਹਨਾਂ ਦੇ ਬਚਨਾਂ ਤੋਂ ਸ਼ਾਇਦ ਅਸੀਂ ਦੂਰ ਹੋ ਗਏ ਹੋਵਾਂਗੇ, ਤਾਂ ਕਰਕੇ ਵੈਸੇ ਉਹ ਇੱਕ ਗਜਾਮ ਹੀ ਸੀ ਇੱਕ ਤਰ੍ਹਾਂ ਦਾ। ਆਓ ਸਾਰਿਆਂ ਦੇ ਧੰਨਵਾਦ। ਰਾਮ ਕਲੀ ਮਹਲਾ ਤੀਜਾ। नंद ओंकार सतगुर प्रसाद नंद पया मेरी माए, सतगुरु मैं पाया सतगुर ता पाया सहज जिति मन वजियां वधाइयां। राग रतन परवार परियां शब्द गावण आईयां। सब दोता गावो हरि केरा मन जिनी बसाया। कह नानक नंद हुआ सतगुरु में पाया। ए मन मेरिया तू सदा रो हर नाले, हर नाल रहो तू मन मेरे दुख सब विसारना। अंगीकारो करे तेरा कारज सब सवारना। सबना गला समरथ स्वामी सो क्यों मन विसारे। है नानक मन मेरे सदा रोवर नाले।
साचे साहेब क्या नहीं करते रहे। करता तेरे सब किछ है जिस देह सो पावे। सदा सुख सलाह तेरी नाम मन वसावे। नाम जिनके मन बसिया बाजे शब्द कनेरे। कह नानक सचे साहेब क्या नहीं करते रहे सचा। मेरा आधारो साच नाम आधार मेरा दिन भुखा जाप गवाइया। पर साथ सुख मन आई बसिया जिनी इच्छा सब बजाइया। सदा कुर्बान किता गुरु बिटो जिसदी आए बड़ाइया। कह नानक सुनो संतो शब्द करो प्यारो। नाम मेरा आधारो बाजे पंच शब्द तित घर सुभागे। कर सुभाग शब्द वाजे कला जित करतारिया। पंच पूस दुध बस कीते काल कंट कुमारिया। पाया तुद जिनको से ना मार के लागे। है नानक तह सुख हुआ हित कार्यान हाथ बाजे। आनंद सुनो बड़ भागियो सगले मनोरथ पूरे। आर में प्रभ पाया उतरे सगर सूरे। रोग संताप उतरे सुनी सच्ची बाणी। अंत साधन पैसर से जोरे गुरते जानी। सुनते पुनीत कहते बहुत सतगुरैया भरपूर। बेलो बंतो नानक गुर चरण लागे बाजे अनहद तूरे। बोले वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह।